ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ। ਕਬੀਰਾ ਮਨ ਜਾਣੇ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਹੀ ਕੁਸਲਾਤ, ਹਾਥ ਦੀਪ ਕੂਏ ਪਰੇ। ਇੱਥੇ ਹਰ ਇੱਕ ਇਨਸਾਨ ਇਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਕੀ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਫਿਰ ਵੀ ਇਹਨਾਂ ਵਿਕਾਰਾਂ ਨੂੰ ਉਹ ਰੋਕ ਨਹੀਂ ਸਕਦਾ। ਕਾਮ ਵਾਸ਼ਨਾ ਨੂੰ ਮਨ ਸਾਰੀ ਗੱਲ ਜਾਣਦਾ ਹੈ ਕਿ ਕਾਮ ਸਾਡੇ ਸਰੀਰ ਵਾਸਤੇ ਜੋ ਵਾਸ਼ਨਾ ਮਰਿਆਦਾ ਤੋਂ ਵੱਧ ਜਾਂਦੀ ਹੈ ਤਾਂ ਸਾਡੇ ਵਾਸਤੇ ਗਲਤ ਹੈ, ਪਰ ਫਿਰ ਵੀ ਇਹ ਆਪਣੇ ਵਿਚਾਰਾਂ ਨੂੰ ਆਪਣੇ ਅੰਦਰ ਆਉਣ ਤੋਂ ਨਹੀਂ ਰੋਕ ਸਕਦਾ। ਅਤੇ ਜੇ ਵਿਚਾਰ ਆ ਰਹੇ ਨੇ ਅਤੇ ਵਿਚਾਰਾਂ ਤੋਂ ਬਾਅਦ ਫਿਰ ਕੀ ਬਣ ਜਾਂਦਾ ਹੈ, ਉਹਨੂੰ ਇਹ ਪ੍ਰੈਕਟੀਕਲ ਰੂਪ ਦੇ ਦਿੰਦਾ। ਅਤੇ ਜਿਸ ਕਰਕੇ ਫਿਰ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਪਾਪੀ ਵੀ ਹੈ ਅਤੇ ਅਪਰਾਧੀ ਵੀ ਹੈ। ਮਨ ਦੇ ਵਿੱਚ ਵਿਚਾਰ ਪਾਪੀ, ਔਰ ਇਹਨੇ ਅਗਰ ਪ੍ਰੈਕਟੀਕਲ ਕਰ ਦਿੱਤਾ ਹੈ ਤਾਂ ਅਪਰਾਧੀ। ਤਾਂ ਪਾਪ ਅਤੇ ਅਪਰਾਧ ਇਹ ਦੋਵੇਂ ਚੱਲਦੇ ਨੇ, ਔਰ ਅਗਰ ਗਿਣਤੀ ਕਰੀਏ ਤਾਂ ਅਪਰਾਧੀਆਂ ਨਾਲੋਂ ਪਾਪੀ ਇਸ ਦੁਨੀਆ ਦੇ ਵਿੱਚ ਜ਼ਿਆਦਾ ਨੇ, ਅਪਰਾਧੀ ਘੱਟ ਨੇ। ਕਿਉਂਕਿ ਮਨ ਦੇ ਵਿੱਚ ਕੋਈ ਨਾ ਕੋਈ ਮਾੜਾ ਮੋਟਾ ਗਲਤ ਫੁਰਨਾ ਤਾਂ ਪੈਦਾ ਹੋ ਜਾਂਦਾ ਹੈ, ਕਿਸੇ ਦੇ ਧਨ ਨੂੰ ਦੇਖ ਕੇ, ਕਿਸੇ ਦੀ ਇੱਜ਼ਤ ਨੂੰ ਦੇਖ ਕੇ, ਜਾਂ ਕਿਸੇ ਦੀ ਜਾਨ ਖੋਣ ਦੇ ਬਾਰੇ। ਕਾਮ ਦੀਆਂ ਪ੍ਰਬਲ ਲਹਿਰਾਂ ਜਦ ਆਵਣ, ਗਿਆਨੀ ਨੂੰ ਵੀ ਨਾਚ ਨਚਾਵਣ। ਜਦੋਂ ਇਹ ਪ੍ਰਬਲ ਲਹਿਰਾਂ ਆਦਮੀ ਦੇ ਮਨ ਦੇ ਵਿੱਚ ਆਉਂਦੀਆਂ ਨੇ, ਭਾਵੇਂ ਉਹ ਕਿੱਡਾ ਵੱਡਾ ਵਿਦਵਾਨ ਹੋਵੇ, ਉਹਨੂੰ ਵੀ ਨਾਚ ਨਚਾ ਦਿੰਦੀਆਂ ਨੇ। ਸੱਚ ਜਾਣਿਓ, ਸਾਡੇ ਇਤਿਹਾਸ ਦੇ ਵਿੱਚ ਇੱਕ ਮਹਾਨ ਜੋਗੀ ਜਿਹਨੂੰ ਮਛੰਦਰਨਾਥ ਕਿਹਾ ਜਾਂਦਾ ਸੀ, ਇਹ ਗੁਰੂ ਗੋਰਖਨਾਥ ਦਾ ਗੁਰੂ ਸੀਗਾ। ਗੋਰਖਨਾਥ ਤਾਂ ਆਪਾਂ ਭਲੀ ਭਾਂਤ ਜਾਣਦੇ ਹਾਂ, ਇਹਦਾ ਗੁਰੂ ਸੀ ਮਛੰਦਰਨਾਥ। ਔਰ ਮਛੰਦਰਨਾਥ ਆਪਣੀ ਅਧਿਆਤਮਿਕ ਅਵਸਥਾ ਖੋ ਬੈਠਾ ਜਦੋਂ ਕਾਮ ਨੇ ਇਹਨੂੰ ਨਚਾਇਆ। ਕਾਮ ਦੀਆਂ ਪ੍ਰਬਲ ਲਹਿਰਾਂ ਜਦ ਆਵਣ, ਗਿਆਨੀ ਨੂੰ ਵੀ ਨਾਚ ਨਚਾਵਣ। ਤਾਂ ਮਨ ਦਾ ਪ੍ਰਭਾਵ ਤਨ ਉੱਪਰ ਹੈ, ਤੇ ਇਹਦਾ ਮਤਲਬ ਕਿ ਤਨ ਦਾ ਪ੍ਰਭਾਵ ਮਨ ਉੱਪਰ ਵੀ ਹੈ, ਤੇ ਤਨ ਦੇ ਉੱਪਰ ਵੀ ਕਿਸੇ ਦਾ ਪ੍ਰਭਾਵ ਹੋਵੇਗਾ। ਤਨ ਦੇ ਉੱਪਰ ਪ੍ਰਭਾਵ ਹੈ ਇੰਦਰੀਆਂ ਦਾ, ਤੇ ਜਿਹਦੇ ਵਿੱਚ ਸਾਡੀ ਪ੍ਰਬਲ ਇੰਦਰੀ ਹੈ ਜੀਭਾ, ਜੋ ਰਸ ਮੰਨਦੀ ਹੈ। ਭੋਜਨ, ਜੋ ਅਸੀਂ ਭੋਜਨ ਗ੍ਰਹਿਣ ਕਰਾਂਗੇ ਅਸੀਂ ਉਸੇ ਤਰ੍ਹਾਂ ਦੇ ਹੋ ਜਾਵਾਂਗੇ, ਭਾਵੇਂ ਰਜੋਗੁਣੀ, ਸਤੋਗੁਣੀ, ਭਾਵੇਂ ਤਮੋਗੁਣੀ। 3 ਤਰ੍ਹਾਂ ਦਾ ਭੋਜਨ, ਚਿਕਨਾਈ ਵਾਲਾ, ਤੇਲ ਵਾਲਾ, ਮਿਠਾਸ ਵਾਲਾ, ਜਾਂ ਸਤੋਗੁਣੀ। ਸਤੋਗੁਣੀ ਮਤਲਬ ਕਿ ਫਲ ਫਰੂਟ ਜਿਹਦੇ 'ਚ ਸਤਵਾ ਪਦ ਹੋਵੇ। ਤਾਂ ਇਹ 3 ਤਰ੍ਹਾਂ ਦਾ ਭੋਜਨ। ਤਾਂ ਬਾਣੀ ਕੀ ਕਹਿੰਦੀ ਹੈ? ਰੂਪੇ ਕਾਮੇ ਦੋਸਤੀ, ਭੂਖੇ ਸਾਧੇ ਗਾਨ। ਭਜਨ ਇੱਕ ਆਤਮਿਕ ਖੁਰਾਕ ਹੈ। ਭਜਨ ਤੋਂ ਬਾਣੀ ਸ਼ਕਤੀ ਨਾਲ ਜੋ ਕੰਮ ਹੋਣਗੇ ਉਹ ਜਗਤ ਨੂੰ ਸੁੱਖ ਦੇਣ ਵਾਲੇ। ਭਜਨ ਦਾ ਰਸ ਭੋਜਨ ਦੇ ਰਸ ਨੂੰ ਮੱਧਮ ਕਰ ਦਿੰਦਾ ਹੈ। ਇਸ ਵਾਸਤੇ ਭਜਨ ਦੇ ਰਸਈਏ ਭੋਜਨ ਘੱਟ ਕਰ ਦਿੰਦੇ ਨੇ। ਜਿਨ੍ਹਾਂ ਨੂੰ ਆਤਮਿਕ ਆਨੰਦ ਮਿਲਣ ਲੱਗ ਜਾਂਦਾ ਪਰਮਾਤਮਾ ਦੇ ਨਾਮ ਦੇ ਨਾਲ, ਉਹ ਭੋਜਨ ਘੱਟ ਕਰ ਦਿੰਦੇ ਨੇ। ਇਸ ਕਰਕੇ ਮੇਰੇ ਸਾਹਿਬੇ ਕਮਾਲ ਅੱਗੇ ਜਾ ਕੇ ਲਿਖਦੇ ਨੇ, ਓਨੀ ਦੁਨੀਆ ਤੋੜੇ ਬੰਧਨ, ਅੰਨ ਪਾਣੀ ਥੋੜ੍ਹਾ ਖਾਏ। ਅਤੀ ਭੋਜਨ ਕਰਨ ਵਾਲੇ ਮਨੁੱਖ ਭੋਗੀ ਕਿਹਾ ਜਾ ਸਕਦਾ। ਅਤੀ ਭਜਨ ਕਰਨ ਵਾਲੇ ਇਨਸਾਨ ਨੂੰ ਜੋਗੀ ਕਿਹਾ ਜਾ ਸਕਦਾ। ਅਤੀ ਭੋਜਨ ਕਰਨ ਵਾਲੇ ਸਰੀਰ ਕਰਕੇ ਰੋਗੀ ਹੋ ਜਾਂਦੇ ਨੇ, ਪਰ ਭਜਨ ਸਰੀਰ ਨੂੰ ਨਵਾਂ ਨਰੋਇਆ ਰੱਖਦਾ ਹੈ। ਅਗਰ ਜ਼ਿਆਦਾ ਭੋਜਨ ਖਾਵਾਂਗੇ ਤਾਂ ਅਸੀਂ ਰੋਗੀ ਹੋ ਜਾਵਾਂਗੇ, ਪਰ ਜੇ ਜ਼ਿਆਦਾ ਭਜਨ ਕਰਾਂਗੇ ਅਸੀਂ ਅਧਿਆਤਮਿਕ ਅਵਸਥਾ ਤੱਕ ਪਹੁੰਚ ਜਾਵਾਂਗੇ। ਅਸੀਂ ਮਹਾਨ ਉਸ ਅਵਸਥਾ ਤੱਕ ਪਹੁੰਚ ਜਾਵਾਂਗੇ। ਇਸ ਕਰਕੇ ਜਿਸ ਤਰ੍ਹਾਂ ਦਾ ਭੋਜਨ ਸਾਡੇ ਅੰਦਰ ਜਾਵੇਗਾ, ਸਾਡੇ ਮਨ ਦੀ ਅਵਸਥਾ ਉਸ ਤਰ੍ਹਾਂ ਦੀ ਬਣਦੀ ਜਾਵੇਗੀ, ਕਿਉਂਕਿ ਤਨ ਦਾ ਪ੍ਰਭਾਵ ਮਨ ਉੱਪਰ ਹੈ। ਅਤੇ ਮਨ ਦੇ ਵਿਚਾਰ ਔਰ ਗਿਆਨ ਇੰਦਰੀਆਂ ਦੇ ਇੰਨੇ ਵਿਚਾਰ ਜੋ ਸਾਡੇ ਮਨ ਅੰਦਰ ਲਗਾਤਾਰ ਚੱਲਦੇ ਨੇ, ਇਹ ਇੰਨੇ ਪ੍ਰਬਲ ਨੇ ਕਿ ਇਹਨਾਂ 'ਚੋਂ ਬਾਹਰ ਆਉਣਾ ਬਹੁਤ ਮੁਸ਼ਕਿਲ ਹੈ। ਤਾਂ ਫਿਰ ਸਹਾਰਾ ਚਾਹੀਦਾ, ਅਤੇ ਸਹਾਰਾ ਕਿਹਦਾ? ਪਰਮਾਤਮਾ ਦਾ।
परमात्मा का नाम ਹੁਣ परमात्मा की है, परमात्मा बारे पता किमें लगे कि परमात्मा की है, किमें चलना परमात्मा की राह ते। ਇੰਨੇ ਮਨੁੱਖ ਬਾਹਰ ਬਣੀਆਂ ਸੜਕਾਂ ਉੱਪਰ ਨਹੀਂ ਭਟਕਦੇ ਜਿੰਨੇ ਇਨਸਾਨ ਜਾਂ ਮਨੁੱਖ ਧਾਰਮਿਕ ਦੁਨੀਆ ਵਿੱਚ ਭਟਕ ਰਹੇ, ਕਿਉਂਕਿ ਨਿਸ਼ਾਨਾ ਨਹੀਂ ਪਤਾ, ਮੰਜ਼ਿਲ ਨਹੀਂ ਪਤਾ ਕਿੱਥੇ ਪਹੁੰਚਣਾ। ਤਾਂ ਮੰਜ਼ਿਲ ਲਿਖੀ ਇਹਨਾਂ ਧਰਮ ਗ੍ਰੰਥਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭਗਵਦ ਗੀਤਾ, ਬਾਈਬਲ ਔਰ ਕੁਰਾਨ ਪਾਕ। ਮਨੁੱਖ ਦੇ ਹਰ ਸਵਾਲ ਦਾ ਜਵਾਬ ਇਹਨਾਂ ਗ੍ਰੰਥਾਂ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ, ਪਿਓ ਦਾ ਦੇਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਏ ਨਿਦਾਨਾ। ਪਿਓ ਦਾ ਦੇਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਾਇਆ ਨਿਦਾਨਾ। ਕਿ ਅਗਰ ਹੀਰਿਆਂ ਨਾਲ ਰਤਨਾਂ ਨਾਲ ਭਰਿਆ ਹੋਇਆ ਬਕਸਾ ਹੈ ਤੇ ਕੋਈ ਆਖੇ ਮੈਂ ਖੋਲ੍ਹਣਾ ਨਹੀਂ, ਤਾਂ ਫਿਰ ਕੰਗਾਲਤਾ ਵਿੱਚ ਦਿਨ ਬਤੀਤ ਕਰੇਗਾ। ਪਰ ਪਿਤਾ ਗੁਰੂ ਨਾਨਕ, ਦਾਦਾ ਅਕਾਲ ਪੁਰਖ ਦਾ ਖਜ਼ਾਨਾ, ਇਹ ਪਿਤਾ ਦਾਦੇ ਦਾ ਜੋ ਖਜ਼ਾਨਾ ਹੈ, ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨੂੰ ਅਗਰ ਖੋਲ੍ਹਿਆ ਨਹੀਂ ਤੇ ਫਿਰ ਮਨ ਸ਼ਾਂਤੀ ਨਹੀਂ ਹੋਵੇਗੀ। ਇਸ ਬਾਣੀ ਨੂੰ ਵਾਰ-ਵਾਰ ਵਾਚਣਾ ਪਏਗਾ, ਵਾਰ-ਵਾਰ ਸਰਵਣ ਕਰਨਾ ਪਏਗਾ, ਤਾਂ ਕਿ ਅੰਦਰ ਆਤਮਿਕ ਆਨੰਦ ਬਣੇ। ਅਤੇ ਜਦੋਂ ਅੰਦਰ ਆਤਮਿਕ ਆਨੰਦ ਬਣੇਗਾ ਤਾਂ ਫਿਰ ਸਾਨੂੰ ਜਾਚ ਆਵੇਗੀ ਸਿਮਰਨ ਕਿਵੇਂ ਕਰਨਾ। ਅਤੇ ਸਿਮਰਨ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਸਨਾ ਨਾਮ ਜਪੇ ਤੰਮਤੀ। ਫਿਰ ਇਹ ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਅਤੇ ਪ੍ਰਵੇਸ਼ ਜਦੋਂ ਕਰੇਗਾ ਫਿਰ ਪ੍ਰਵੇਸ਼ ਕਰਦਿਆਂ ਹੀ ਕਪਾਟ ਖੁੱਲ੍ਹ ਜਾਣਗੇ। ਇੱਥੇ ਹਰੇਕ ਜੀਵਨ ਨੂੰ ਪੂਰਨਤਾ ਦੀ ਤਲਾਸ਼ ਹੈ। ਹਰ ਜੀਵ ਆਪਣੇ ਅਣਜਾਣ ਪੁਣੇ ਵਿੱਚ ਉਸ ਪੂਰਨਤਾ ਦੀ ਖੋਜ ਕਰ ਰਿਹਾ ਹੈ। ਅਧੂਰਾਪਨ ਖਟਕਦਾ ਹੈ, ਬੇਚੈਨ ਕਰਦਾ ਹੈ। ਮਨੁੱਖ ਚੂਕ ਜ਼ਿਆਦਾ ਸੁਚੇਤ ਪ੍ਰਾਣੀ, ਇਸ ਲਈ ਇਸ ਨੂੰ ਅਧੂਰਾਪਨ ਆਖਿਆ ਜਾਂਦਾ। ਇਸ ਕਰਕੇ ਜਿੰਨੀ ਵੀ ਸਾਡੀ ਭੱਜ ਦੌੜ ਹੈ, ਇਹ ਸਾਰੀ ਕਾਹਦੇ ਵਾਸਤੇ ਹੈ? ਪੂਰਾ ਹੋਣ ਵਾਸਤੇ। ਅਤੇ ਅਸੀਂ ਜਦੋਂ ਕੋਈ ਮਰ ਜਾਂਦਾ ਅਸੀਂ ਕਹਿੰਦੇ ਹਾਂ ਜੀ ਪੂਰਾ ਹੋ ਗਿਆ। ਨਹੀਂ, ਅਧੂਰਾ ਜੰਮਿਆ, ਅਧੂਰਾ ਜੀਵਿਆ ਅਤੇ ਅਧੂਰਾ ਹੀ ਮਰ ਗਿਆ। ਪੂਰਾ ਕਦੋਂ ਹੈ? ਮਹਾਰਾਜ ਦੀ ਬਾਣੀ ਕਹਿੰਦੀ ਹੈ, 40 ਪਰ ਹੋਏ 85, ਪਗ ਖਿਸੇ 60 ਕੇ ਬੁਢਾਪਾ ਆਵੇ। ਚਾਲੀਸ ਪੂਰ ਹੋਏ ਯਾਨੀ ਕਿ 40 ਸਾਲਾਂ ਤੱਕ ਇਨਸਾਨ ਦਾ ਸਰੀਰ ਹੈ ਜੋ ਇਹ ਪੂਰਾ ਹੋ ਜਾਂਦਾ ਹੈ। ਯਾਨੀ ਕਿ ਜੋ ਵੀ ਉਹਦੇ ਵਿੱਚ ਵਾਧਾ ਹੋਣਾ 40 ਸਾਲਾਂ ਤੱਕ ਹੋਣਾ। ਉਸ ਤੋਂ ਬਾਅਦ ਇਹਨੇ ਘਟਣਾ ਸ਼ੁਰੂ ਹੋ ਜਾਂਦਾ, ਯਾਨੀ ਕਿ ਪਿੱਛੇ ਮੁੜਨਾ ਸ਼ੁਰੂ ਹੋ ਜਾਂਦਾ। 40 ਪੂਰੇ ਹੋਏ 85 ਪਗ ਖਿਸੇ 60 ਕੇ ਬੁਢਾਪਾ। ਕਿ 40 ਸਾਲਾਂ ਤੱਕ ਅਗਰ ਇਸ ਸਰੀਰ ਨੇ ਪੂਰਾ ਹੋਣਾ, ਪਰ ਅਸੀਂ ਸਾਰੀ ਆਪਣੀ ਉਮਰ ਕਿਸ ਵਿੱਚ ਘਟਾ? ਇਸ ਗਿਆਨ ਇੰਦਰਾਂ ਦੇ ਆਨੰਦ ਦੇ ਵਿੱਚ। ਸਾਰੀ ਦੀ ਸਾਰੀ ਸਾਡੀ ਆਯੂ ਇਹਨਾਂ ਗਿਆਨ ਇੰਦਰੀਆਂ ਦੇ ਰਸ ਮਾਣਦੇ ਮਾਣਦੇ ਨਿਕਲ ਜਾਂਦੀ। ਪਰ ਕੁਝ ਵਿਰਲੇ ਜਨ ਨੇ ਜਿਨ੍ਹਾਂ ਨੂੰ ਉਸ ਪਰਮਾਤਮਾ ਦੀ ਤੜਫ ਹੈ, ਪਰਮਾਤਮਾ ਦਾ ਨਾਮ ਜਪਣ ਦੀ ਤੜਫ ਹੈ, ਉਸ ਦੀ ਤਾਂਘ ਹੈ। ਤਾਂ ਇੱਕ ਵਿਦਵਾਨ ਆਲਮ ਇਹ ਗੱਲ ਕਹਿੰਦਾ ਕਿ ਮੇਰੇ ਚਿਹਰੇ ਸੇ ਗਮ ਅਸ਼ਕਾਰਾ ਨਹੀਂ ਹੈ, ਪਰ ਇਹ ਨਾ ਸਮਝੇ ये गम का मारा नहीं है। डूबने को तो डूबे हम भी, लेकिन अहले साहिल को हमने पुकारा नहीं है। ਕੋਈ ਫਰਮਾਨ ਕਰਦਾ ਕਿ ਡੁੱਬਿਆ ਤਾਂ ਮੈਂ ਵੀ ਹਾਂ, ਗੋਤੇ ਤਾਂ ਮੈਂ ਵੀ ਖਾਧੇ ਨੇ, ਤੜਫਿਆ ਤਾਂ ਮੈਂ ਵੀ ਹਾਂ, ਪਰ ਤੜਫਦਿਆਂ ਹੋਇਆਂ ਡੁੱਬਦਿਆਂ ਹੋਇਆਂ ਮੈਂ ਰੌਲਾ ਨਹੀਂ ਪਾਇਆ। ਮੈਂ ਇਹ ਰੌਲਾ ਨਹੀਂ ਪਾਇਆ ਕਿ ਮੈਂ ਡੁੱਬ ਗਿਆ, ਮੈਂ ਮਰ ਗਿਆ, ਪਰ ਸਾਰਾ ਦਿਨ ਇਹੀ ਕਹੀ ਜਾਣਾ ਕਿ ਮੈਂ ਡੁੱਬ ਗਿਆ, ਮੈਂ ਮਰ ਗਿਆ, ਮੈਨੂੰ ਦੁੱਖ ਆ ਗਏ। ਅਤੇ ਫਿਰ ਇਹ ਵੀ ਕੋਈ ਹੱਲ ਨਹੀਂ।
ਦੁੱਖਾਂ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰ। ਪਰਮਾਤਮਾ ਨੇ ਤੈਨੂੰ ਬੁੱਧੀ ਬਖਸ਼ੀ ਹੋਈ ਹੈ, ਤੈਨੂੰ ਇੰਨੀ ਮਹਾਨ ਸ਼ਕਤੀ ਬਖਸ਼ੀ ਹੋਈ ਹੈ, ਇਹਦਾ ਪ੍ਰਯੋਗ ਕਰ ਤੇ ਇਹਨਾਂ ਚੋਂ ਬਾਹਰ ਨਿਕਲ। ਇਹ ਇਨਸਾਨ ਦੇ ਵੱਸ ਹੈ ਕਿ ਉਹਨੇ ਦਿਨ ਰੱਖਣਾ ਜ਼ਿੰਦਗੀ 'ਚ ਕਿ ਰਾਤ ਰੱਖਣੀ। ਇਹ ਇਨਸਾਨ ਦੇ ਵੱਸ ਹੈ ਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਉਚਾਈ ਰੱਖਣੀ ਹੈ ਕਿ ਨਿਮਾਣ ਰੱਖਣੀ ਹੈ। ਇਹ ਇਨਸਾਨ ਦੇ ਵੱਸ ਹੈ ਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਪੁੰਨ ਰੱਖਣਾ ਕਿ ਪਾਪ ਰੱਖਣਾ। ਇਹ ਇਨਸਾਨ ਦੇ ਵੱਸ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ, ਨਾਨਕ ਦੁਖੀਆ ਸਭ ਸੰਸਾਰ। ਰਾਮਕਲੀ ਮਹੱਲਾ ਪਹਿਲਾ। ਨਾਨਕ ਦੁਖੀਆ ਸਭ ਸੰਸਾਰ। ਇੱਥੇ ਕੋਈ ਇੱਕ ਅੱਧਾ ਨਹੀਂ, ਅਸੀਂ ਇਹ ਦੇਖਦੇ ਹਾਂ ਕਈ ਵਾਰ ਪੂਰੀ ਕੌਮ ਹੀ ਦੁਖੀ ਹੁੰਦੀ ਹੈ। ਜਿਵੇਂ ਕਿ ਹੁਣ ਕਿਸਾਨਾਂ ਦਾ ਸਾਡਾ ਅੰਦੋਲਨ ਚੱਲ ਰਿਹਾ ਹੈ, ਸਾਰੀ ਦੀ ਸਾਰੀ ਕੌਮ ਦੁਖੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ। ਕਿ ਸੰਸਾਰ ਦੁਖੀ ਹੈ। ਕਿਸੇ ਨੂੰ ਛੋਟਾ ਦੁੱਖ ਹੈ, ਕਿਸੇ ਨੂੰ ਵੱਡਾ ਦੁੱਖ ਹੈ, ਕਿਸੇ ਨੂੰ ਬਹੁਤ ਵੱਡਾ ਦੁੱਖ ਹੈ। सब दुखी हैं। बड़े बड़े जो दिसे लोग सबको व्यापे चिंता। ये जो बड़े बड़े लोग दिख रहे हैं, बड़े महान लोग जिन्होंने असीं मनते, ये सारे दुखी ने। नाम दारू बस एक परमात्मा का नाम है जो दवाई है। दुख दारू सुख रोग पिया। जिवें असीं घूक नहीं सौ जांदे इस दुनिया दे विच, ते फिर सानूं जागण वास्ते कोई वसीला चाहिए। इस वास्ते असीं अलार्म भी लगाने कई बार। तो ये जिहड़े दुख ने ये अलार्म ने, मतलब तुसीं परमात्मा दे बनाए हुक्म की उलंघना कर बैठे। हुक्मे अंदर सबको बाहर हुक्म ना कोई, नानक हुक्मे जे बुझे तां होमे कहे ना कोई। परमात्मा ने हुक्म बनाया है और ये हुक्म की उलंघना जो हो जाती है तो थोड़ी जिंदगी च दुख ने। मैं प्रमाण वजों एक गल बयान कर दे, जिमें कि एक शरीर की ये लिमिट है कि वह वध तो वध प्रशादे 4 खा सकता है, पर रोज़ के प्रशादे वो खा रहा 6, खाई जा रहा खाई जा रहा खाई जा रहा खाई जा रहा, तो ये जल्दी ही एक रोगग्रस्त जीवन को जन्म दे देगा। हुण जे ये कहे कि परमात्मा तो मैंने दुख दिते ने, नहीं, इन्हें आप अपनी जिंदगी दुख प्रगट किए, इन्हें आप ये दुख प्रगट किए। तो ये दोष सारा परमात्मा को देगा कि परमात्मा ने सारिਆਂ ਨੂੰ सुख दिते ने, मैनू कले ने दुख दिते नहीं। पर ये नहीं जानता कि ये दुख ने जो असी आप प्रगट किए हुए हैं, असी हुक्म की उलंघना करते। इस तरह के होर भी बहुत है। इस करके जो जो दिसे सो सो रोगी, क्योंकि हुक्म की उलंघना सारे करते हैं। हुक्म के विच चलना इंसान की फितरत नहीं हैगी, पशु की फितरत है। इस करके पशु कभी दुखी नहीं होते, क्योंकि परमात्मा ने बनाए उन्होंने हुक्म के विच। मर जाएगा शेर, इन्नी मर्यादा है, मर जाएगा शेर पर कदे घास नहीं खाएगा, मर जाएगी बकरी कदे मांस नहीं खाएगी, हुक्म। पर इंसान है, मैं एक प्रमाण दे रहा, सिर्फ प्रमाण दे रहा समझाने वास्ते। पर इंसान है एक कदे हुक्म के विच नहीं रहिंदा। जे महाराज ने ये हुक्म किया है कि भाई सवेरे उठ के अमृत वेले सिमरन करया कर, करदा नहीं करता। हुक्म की बेअदबी अपने शरीर अंदर रोगों का रोग पुणा चल रहा। मन के रोग अलग होंगे ने, तन के रोग अलग होंगे ने। तन के रोग तो दिख रहे हैं सन, डॉक्टर भी है, पर बहुतात लोग मन करके रोगी होंगे ने। जे भजन की भुख नहीं लग रही, मन रोगी है। जे सिमरन की भुख नहीं लग रही, मन रोगी है। पर जदों जदों किसी इंसान को भजन की भुख लगती है तो फिर इन्हें मन च वैराग पैदा हो जाता। तो वैराग जब पैदा होता है
ਤਾਂ ਫਿਰ ਉਹਦੇ ਕੁਝ ਲੱਛਣ ਨੇ, ਫਿਰ ਉਹਦੇ ਕੋਈ ਲੱਛਣ ਨੇ ਕਿ ਜਦੋਂ ਮਨ ਦੇ ਵਿੱਚ ਵਿਰਾਗ ਪੈਦਾ ਉਤਪੰਨ ਹੋ ਗਿਆ, ਫਿਰ ਹਰੇਕ ਚੀਜ਼ ਤੁੱਛ ਲੱਗਦੀ, ਹਰੇਕ ਚੀਜ਼, ਵਿਰਾਗ ਪੈਦਾ ਹੋ ਗਿਆ ਨਾ, ਵਿਰਾਗ ਦੇ ਵਿੱਚ ਫਿਰ ਕੁਝ ਚੰਗਾ ਨਹੀਂ ਲੱਗਦਾ, ਸਿਰਫ ਪਰਮਾਤਮਾ ਦੇ ਨਾਮ ਦਾ ਰਸ ਹੈ, ਬਾਕੀ ਸਭ ਰਸ ਇਹਦੇ ਵਾਸਤੇ ਫਿੱਕੇ ਨੇ। ਪਹਿਲੇ ਧਨ ਦੀ ਤੜਫ ਸੀ ਔਰ ਤੜਫਦਾ ਵੀ ਬਹੁਤ ਸੀ, ਪਰ ਹੁਣ ਤੜਫ ਪ੍ਰਭੂ ਦੇ ਮਿਲਾਪ ਦੀ ਹੈ। ਪਹਿਲੇ ਤੜਫ ਪ੍ਰਭਤਾ ਦੀ ਸੀ, ਪਰ ਹੁਣ ਤੜਫ ਪ੍ਰਭੂ ਦੇ ਮਿਲਾਪ ਲਈ ਹੈ। ਤੜਫਣ ਦੇ ਰੂਪ ਬਦਲ ਲਿਆ, ਇੱਕ ਤੜਫਣਾ ਬੇਹਾਲ ਕਰਦੀ ਸੀ, ਕਲੇਸ਼ ਵਿੱਚ ਲੀਨ ਰਹਿੰਦਾ ਸੀ, ਇੱਕ ਤੜਫਣਾ ਨੇ ਰਸ ਆਉਣ ਲੱਗਿਆ, ਆਨੰਦ ਆਉਣ ਲੱਗ ਗਿਆ। ਇੱਕ ਸੂਫੀ ਸੰਤ ਨੇ ਵੀ ਬੜਾ ਸੁੰਦਰ ਲਿਖਿਆ, ਯਾ ਰੱਬ ਦੁਆਏ ਵਸਲ ਨਾ ਹਰगिज़ कबूल हो, फिर दिल में क्या रहेगा जो हसरत निकल गई। ਭਗਤ ਵਿਰਾਗੀ ਹੋ ਕੇ ਈਸ਼ਵਰ ਦੀ ਖੋਜ ਤੇ ਈਸ਼ਵਰ ਦੀ ਮਿਲਾਪ ਦੀ ਤੜਫਣਾ ਵਿੱਚੋਂ ਲੰਘਦਾ। ਬਾਬਾ ਫਰੀਦ ਜੀ ਵੀ ਇੰਝ ਫਰਮਾਉਂਦੇ ਨੇ, ਕਾਂਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਸ਼ਲੋਕ ਫਰੀਦ ਜੀ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਅੰਗ ਦੇ ਉੱਪਰ 1382 ਕਿ ਕਾਂਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਹੇ ਨੈਣਾ ਮਤ ਛੂਓ ਫਿਰ ਦੇਖਣ ਕੀ ਆਸ। ਵਿਕਾਰਾਂ ਨੇ ਸਾਰੇ ਤਨ ਨੂੰ ਨਿਢਾਲ ਕੀਤਾ ਹੋਇਆ, ਨਿੰਦਿਆ ਸੁਣ ਸੁਣ ਕੇ ਕੰਨ ਖਾਧੇ ਗਏ, ਵਿਅਰਥ ਬੋਲ ਬੋਲ ਕੇ ਜ਼ੁਬਾਨ ਖਾਧੀ ਗਈ ਹੈ। ਵਿਕਾਰਾਂ ਦੇ ਕੂਏ ਦਿਨ ਰਾਤ ਚੂੰਡਦੇ ਰਹਿੰਦੇ ਨੇ ਮੈਨੂੰ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਐ ਕੂਏ ਮੇਰੀਆਂ ਅੱਖਾਂ ਨੂੰ ਨਾ ਟੁਣਾਈ, ਮੇਰੀਆਂ ਅੱਖਾਂ ਨੂੰ ਨਾ ਕੱਢੀ, ਇਹਨਾਂ ਅੱਖਾਂ ਨੂੰ ਨਾ ਛੇੜੀ, ਮੈਂ ਪਰਮਾਤਮਾ ਨੂੰ ਦੇਖਣਾ ਹੈ, ਇਹ ਵਿਕਾਰੋ ਮੇਰੀਆਂ ਅੱਖਾਂ ਵਿੱਚ ਨਾ ਬੈਠੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਉਂਦੇ ਨੇ, ਅੱਖੀ ਪ੍ਰੇਮ ਕਸਾਇਆ ਹਰ ਹਰ ਨਾਮ ਪਖਨ, ਜੇਕਰ ਦੂਜਾ ਦੇਖਣ ਜਨ ਨਾਨਕ ਕਾਂਡ ਦੇ ਚਰਨ। ਪ੍ਰੇਮ ਦੇ ਰੰਗਾਂ ਵਿੱਚ ਰੰਗੀਆਂ ਹੋਈਆਂ ਅੱਖੀਆਂ, ਦਰਅਸਲ ਅੱਖਾਂ ਵਿੱਚ ਐਸਾ ਆਇਨਾ ਹੈ ਜੋ ਮਨ ਦੀ ਹਾਲਤ ਨੂੰ ਪ੍ਰਗਟ ਕਰਦਾ ਹੈ। ਸ਼ਾਇਦ ਇਸ ਵਾਸਤੇ ਇੱਕ ਆਲਮ ਨੇ ਇਹ ਗੱਲ ਲਿਖੀ ਵੀ ਹੈ, ਨਜ਼ਰ ਨੀਚੀ ਹੋਈ तो हा बन गई, नज़र ऊंची हुई तो दुआ बन गई, नज़र तिरछी हुई तो अदा बन गई, नज़र फिर गई तो कजा बन गई। कज, नज़र फिर गई तो कजा बन गई। बैरागी मनुख त्यागी हुंदा है। इस वास्ते दो शब्द इकट्ठे उचारण होंदे ने, बैराग ते त्याग। दरअसल बैराग के फुल विचों त्याग का फल, बैरागी ही त्यागी होंदा, पर त्यागी बैरागी नहीं होंदा। कई दफ़ा मनुख घर बार छोड़ दिंदा है, पदार्थ छोड़ दिंदा है, ਉਹਦੇ रुतबे छोड़ दिंदा है, लेकिन छोड़न ਦਾ बड़ा प्रबल हंकार हो जाता है। इस वास्ते सतगुरु की बाणी कहती है, बिन बैराग कहाँ बैरागी, बिन हो त्याग कहाँ क्यों त्यागी। पैरो महला पंजवा ते अंग 1140। बिन बैराग कहाँ बैरागी, बिन हो त्याग कहाँ को त्यागी। बिना हो यानी कि मैं यानी कि हंकार दे त्याग दे किस तरह का बैरागी हो सकता है, और जो हंकार का त्यागी नहीं वो बैरागी किस तरह हो गया। बैरागी मनुख सब कुछ छोड़ता है, जैसे सोना मिलता है हथ विचों मिट्टी छुट जाती है, हीरे मिलते हैं हथ विचों पत्थर कंकर छुट जाते हैं, इवें ही प्रभु की प्यास पैदा होंदियां पदार्थ ते प्रभुता छुट जाती। इस करके मुक्तसर मैं अपनी गल कहूँ कि परमात्मा का नाम जपो, जप जप के परमात्मा का नाम उस परमात्मा तक पहुँचना। हुण इत्थे एक सवाल खड़ा हो जाता है कि परमात्मा का नाम जपना क्यों है, क्यों जपना उस परमात्मा का नाम। तो इस सवाल का उत्तर यह है कि उस परमात्मा का नाम इस वास्ते जपना ताकि जिस तरह का स्वरूप परमात्मा का है उस तरह का साडा हो जाएगा।
ਤੇ ਉਹਦਾ ਸਰੂਪ ਮੂਲ ਮੰਤਰ ਵਿੱਚ ਅਸੀਂ ਡੇਲੀ ਪੜ੍ਹਦੇ ਹਾਂ। ਸਤਨਾਮ ਉਹ ਸੱਚਾ ਹੈ, ਕਰਤਾ ਪੁਰਖ ਕਰਨ ਵਾਲਾ, ਨਿਰਭਉ ਨਿਰਵੈਰ, ਉਹ ਕਿਸੇ ਤੋਂ ਡਰਦਾ ਨਹੀਂ, ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਸਮੇਂ ਵਿੱਚ ਨਹੀਂ ਹੈ, ਸਮੇਂ ਤੋਂ ਰਹਿਤ ਹੈ ਉਹਦੀ ਮੂਰਤੀ। ਕਾਲ ਸਮਾਂ, ਅਕਾਲ ਸਮੇਂ ਤੋਂ ਰਹਿਤ, ਅਜੂਨੀ ਅਜੂਨਾ ਵਿੱਚ ਨਹੀਂ ਹੈ। ਇਹ ਸਾਰੇ ਗੁਣ ਸਾਡੇ ਅੰਦਰ ਵੀ ਪ੍ਰਗਟ ਹੋ ਜਾਣਗੇ ਜਿਸ ਦਿਨ ਅਸੀਂ ਸਿਮਰਨ ਕਰਾਂਗੇ। ਇਸ ਕਰਕੇ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰਮਾਤਮਾ ਦਾ ਭਗਤ ਪਰਮਾਤਮਾ ਵਰਗਾ ਚਾਹੀਦਾ। ਜੇ ਪਰਮਾਤਮਾ ਦਾ ਭਗਤ ਪਰਮਾਤਮਾ ਵਰਗਾ ਨਹੀਂ ਹੈ ਤੇ ਫਿਰ ਕਿਸ ਤਰ੍ਹਾਂ? ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ। ਸਾਰੀਆਂ ਗੱਲਾਂ ਮਨ ਜਾਣਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਨੂੰ ਸਾਰੀ ਗੱਲ ਪਤਾ, ਪਰ ਫਿਰ ਵੀ ਇਹ ਔਗਣ ਕਰਦਾ। ਇਸ ਕਰਕੇ ਪਹਿਰਾ ਦਈਏ ਆਪਣੇ ਮਨ ਦੇ ਉੱਪਰ, ਸਿਕਿਉਰਿਟੀ ਕਰੀਏ ਆਪਣੇ ਮਨ ਨੂੰ, ਔਰ ਮਨ ਨੂੰ ਲੈ ਕੇ ਜਾਈਏ ਫਿਰ ਅਧਿਆਤਮਿਕ ਅਵਸਥਾ। ਪਹਿਲੇ ਪੈਰ ਸਿਮਰਨ ਜੀਭ ਦੇ ਨਾਲ, ਫਿਰ ਇਹ ਮਧਮਾ ਦੇ ਵਿੱਚ ਚੱਲੇਗਾ ਜਿੱਥੇ ਜੀਭ ਦੀ ਲੋੜ ਨਹੀਂ, ਜਿਹਨੂੰ ਜਪ ਕਹਿੰਦੇ ਨੇ। ਜੀਭ ਨਾਲ ਕੀਤਾ ਹੋਇਆ ਸਿਮਰਨ ਔਰ ਜੀਭ ਤੋਂ ਬਿਨਾਂ ਕੀਤਾ ਹੋਇਆ ਜਪ, ਇਹ ਸਿਮਰਨ ਦਾ ਦੂਜਾ ਰੂਪ। ਫਿਰ ਇਹ ਚੱਲੇਗਾ ਹਿਰਦੇ ਵਿੱਚ, ਹਿਰਦੇ ਤੋਂ ਫਿਰ ਜਾਏਗਾ ਇਹ ਨਾਭ ਦੇ ਵਿੱਚ, ਤੇ ਨਾਭ ਦੇ ਵਿੱਚੋਂ ਫਿਰ 7 ਚੱਕਰਾਂ ਨੂੰ ਵਿੰਨਦਾ ਹੋਇਆ ਇਹ ਪਹੁੰਚੇਗਾ 10ਵੇਂ ਦੁਆਰ। 9 ਦਰਵਾਜੇ ਪ੍ਰਗਟ ਕੀਓ, 10ਵਾਂ ਗੁਪਤ ਰਖਾਇਓ, ਗੁਰਦੁਆਰੇ ਲਾਈ ਭਾਵਨੇ ਜਿਨ 10ਵੇਂ ਦੁਆਰ ਦਿਖਾਏ। ਫਿਰ ਇਹ 10ਵੇਂ ਦੁਆਰ ਦੇ ਵਿੱਚ ਇਸ ਉਹ ਪਰਮਾਤਮਾ ਦੇ ਦਰਸ਼ਨ, ਕਿਉਂਕਿ ਪਰਮਾਤਮਾ ਦਾ ਵਾਸ ਇੱਥੇ ਮੰਨਿਆ ਜਾਂਦਾ। ਸੋ ਇੰਨੀਆਂ ਵਿਚਾਰਾਂ ਦੀ ਤੁਹਾਡੇ ਨਾਲ ਸਾਂਝ ਪਾਉਂਦਾ ਹੋਇਆ ਗੁਰੂ ਦੀ ਸਿਮਰਨ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।